माटी का क्या दुख है स्वामी, मानस की गत एही। कहा बुध प्रभ तुच्छ हमार, बरन सकै महिमा जो तिहारी। हम ना सकत कर सिफत तुम्हारी, आप लिहो तुम कथा सुधारी। कहा लगे एहो कीट बखानै, महिमा तोर तू ही प्रभु जानै। पिता जन्म जिम पूत ना पावै, कहा तवन का भेद बतावै। सो कहो टल गुर सेविय, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम वाहिगुरु साहिब जीओ। अष्टपदी सिमरा सिमर सिमर सुख पावा। कल कलेश तन माहे मिटावा। सिमरा सिमर सिमर सुख पावा। काल कलेश तन माहे मिटावा। वाहिगुरु जी का खालसा, वाहिगुरु जी की फतेह। हाजरा हजूर जहरा जहूर, दीना बंधु भगत वत्सल, मेहरामतां दा सागर, गुरु गरीब नवाज दास पातशाहियों जी के पावन पवित्र स्वरूप, करुणा निधान धन धन साहिब आदि श्री गुरु ग्रंथ साहिब जी महाराज सच्चे पातशाह जियां दे पावन पवित्र दर्शन दीदार कर रही गुरु रूप गुरु खालसा साध संगत जियो। जिनके भाग बड़े हैं पाई, तिन साधु संग मुख जुरे। वड्डे भागां दे सदका अमृत वेले दी सत संगत करन दा सुभाग प्राप्त हो रहा है। धन धन साहिब श्री गुरु ग्रंथ साहिब जी महाराज दे दर्शन करदियां होयां आपां अपने नेत्रां नूं सफलियां बनाया है। कथा श्रवण करन दे प्रेमी जन आप बहुत अदब सत्कार दे नाल सतगुरां दी पावन पवित्र साध संगत अंदर सज बैठे हो। धन धन गुरु अर्जुन देव जी महाराज दी दया सदका श्री सुखमणि साहिब जी की पावन बाणी दी अमृत रूप गाथा आपां पढ़ सुन विचार रहे हाँ। महाराज दी पावन पवित्र बाणी सारी खालसा जी
ਗੁਰੂ ਰੂਪ ਹੈ। ਪਰ ਸਿੱਖ ਜਗਤ ਦੇ ਅੰਦਰ ਕੁਝ ਬਾਣੀਆਂ ਦੀ ਵਿਸ਼ੇਸ਼ ਮਹਾਨਤਾ ਹੈ। ਜਪਜੀ ਸਾਹਿਬ ਜੀ ਕੀ ਪਾਵਨ ਬਾਣੀ ਨੂੰ ਇਹ ਵਿਚਾਰ ਕਰਕੇ ਬੜੀ ਸ਼ਰਧਾ ਸਤਿਕਾਰ ਨਾਲ ਪੜ੍ਹਿਆ ਜਾਂਦਾ ਹੈ ਕਿ ਇਹ ਪਾਵਨ ਬਾਣੀ ਬ੍ਰਹਮ ਦਾ ਗਿਆਨ ਕਰਾਉਣ ਵਾਲੀ ਹੈ, ਖੰਡਾਂ ਬ੍ਰਹਿਮੰਡਾਂ ਦਾ ਗਿਆਨ ਕਰਾਉਣ ਵਾਲੀ ਹੈ। ਇਸ ਤੋਂ ਇਲਾਵਾ ਖਾਲਸਾ ਜੀ ਬੇਅੰਤ ਬਾਣੀਆਂ, ਸ਼੍ਰੀ ਆਨੰਦ ਸਾਹਿਬ ਜੀ ਕੀ ਪਾਵਨ ਬਾਣੀ ਜੀਵਨ ਮੁਕਤ ਦਾ ਆਨੰਦ ਦਿੰਦੀ ਹੈ। ਜੀਵਨ ਮੁਕਤੀ ਦਾ ਆਨੰਦ ਲੈਣ ਵਾਲੇ ਜਾਂ ਆਨੰਦ ਲੈਣ ਵਾਸਤੇ ਗੁਰਮੁਖ ਪਿਆਰੇ ਆਨੰਦ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹ ਕਰਕੇ ਆਨੰਦ ਮਾਣਦੇ ਹਨ। ਅੰਮ੍ਰਿਤ ਵੇਲੇ ਦੇ ਦੀਵਾਨ ਅੰਦਰ ਆਪ ਜੀਆਂ 5 ਬਾਣੀਆਂ ਦੇ ਅੰਮ੍ਰਿਤ ਰੂਪ ਜਾਪ ਸਰਵਣ ਕੀਤੇ ਹੈ। ਅਰਦਾਸ ਬੇਨਤੀਆਂ ਉਪਰੰਤ ਮਹਾਰਾਜ ਜੀਆਂ ਤਰੁੱਠ ਕਰਕੇ ਹੁਕਮਨਾਮਾ ਬਖਸ਼ਿਸ਼ ਕੀਤਾ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿਤ ਦੀ ਮਰਿਆਦਾ ਅਨੁਸਾਰ ਆਓ ਕੁਝ ਸਮੇਂ ਵਾਸਤੇ ਮਹਾਰਾਜ ਦੀ ਇਹ ਪਾਵਨ ਪਵਿੱਤਰ ਬਾਣੀ ਦਾ ਆਨੰਦ ਮਾਣੀਏ, ਕਥਾ ਸ਼ਰਵਣ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ। ਰਸਨਾ ਕਰੋ ਜੀ ਪਵਿੱਤਰ, ਸਭ ਸੰਗਤ ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸ਼ਟਪਦੀ ਸਿਮਰਾ ਸਿਮਰ ਸਿਮਰ ਸੁਖ ਪਾਵਾ। ਤੋ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਕਲਿਆਣ ਕਰਨ ਵਾਲੀ ਇਹ ਪਾਵਨ ਬਾਣੀ ਦੀ ਪਹਿਲੀ ਅਸ਼ਟਪਦੀ ਉਚਾਰਨ ਕਰਦੇ ਹੈ। ਇਸ ਤੋਂ ਪਹਿਲਾਂ ਖਾਲਸਾ ਜੀ ਆਪਾਂ ਪਿੱਛੇ ਸ਼ਲੋਕ ਦੀ ਕਥਾ ਕੱਲ ਦੇ ਦੀਵਾਨ ਵਿੱਚ ਸ਼ਰਵਣ ਕੀਤੀ ਹੈ। ਹਰੇਕ ਅਸ਼ਟਪਦੀ ਤੋਂ ਪਹਿਲਾਂ ਸ਼ਲੋਕ ਆਵੇਗਾ ਔਰ ਅਸ਼ਟਪਦੀ ਕਹੀਏ 8 ਪਦਿਆਂ ਵਾਲਾ ਇਹ ਪਾਵਨ ਪਵਿੱਤਰ ਮਹਾਰਾਜ ਦਾ ਸ਼ਬਦ ਹੋਵੇਗਾ। ਹਰੇਕ ਦੇ 8 ਪਦੇ ਹੋਣਗੇ, ਜਿਹਨੂੰ ਅਸ਼ਟ ਨਾਮ 8 ਦਾ ਹੈ। 8 ਪਦਿਆਂ ਵਾਲੀ ਇਹ ਪਾਵਨ ਪਵਿੱਤਰ ਅਸ਼ਟਪਦੀ ਹੈ। ਸੁਖਮਣੀ ਸਾਹਿਬ ਜੀ ਕੀ ਪਾਵਨ ਬਾਣੀ ਅੰਦਰ 24 ਅਸ਼ਟਪਦੀਆਂ ਹਨ ਔਰ ਹਰੇਕ ਅਸ਼ਟਪਦੀ ਦੇ ਇੱਕ ਪਦੇ ਅੰਦਰ 10 ਪੰਗਤੀਆਂ ਹਨ। ਜਿਵੇਂ ਸਾਧ ਸੰਗਤ ਜੀ ਬੇਸ਼ਕੀਮਤੀ ਰਤਨਾਂ ਨੂੰ ਮੂੰਗੇ ਦੇ ਸੂਹੇ ਡੱਬੇ ਵਿੱਚ ਬੰਦ ਕੀਤਾ ਜਾਂਦਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਸ਼ਲੋਕ ਅਸ਼ਟਪਦੀਆਂ ਇਹ ਸੁੰਦਰ ਮਹਾਰਾਜ ਜੀਆਂ ਨੇ ਉਚਾਰ ਕਰਕੇ ਪਰਮੇਸ਼ਰ ਦੀ ਜਸ ਵਡਿਆਈ ਜਿਹੜੀ ਹੀਰਿਆਂ ਦੇ ਸਦਰਸ ਹੈ ਉਸ ਨੂੰ ਮਹਾਰਾਜ ਜੀਆਂ ਨੇ ਇਹ ਸੁੰਦਰਤਾ ਜੋ ਹੈ ਮੂੰਗੇ ਦੇ ਡੱਬੇ ਦੇ ਸਦਰਸ ਹੈ ਇਹਦੇ ਵਿੱਚ ਬੰਦ ਕੀਤਾ ਹੈ। ਤੋ ਮਹਾਰਾਜ ਕਿਰਪਾ ਕਰਦੇ ਆ, ਸਿਮਰਾ ਸਿਮਰ ਸਿਮਰ ਸੁਖ ਪਾਵੋ। ਕਿ ਇਹ ਭਾਈ ਜਿਹੜਾ ਪ੍ਰਭੂ ਪਰਮੇਸ਼ਰ ਨੂੰ ਸਿਮਰਨੇ ਯੋਗ ਜੋ ਪ੍ਰਭੂ ਪਰਮੇਸ਼ਰ ਹੈ ਉਹਨੂੰ ਸਿਮਰੋ, ਯਾਦ ਕਰੋ, ਜਪਣਾ ਕਰੋ। ਫਿਰ ਕੀ ਹੋਵੇਗਾ? ਕਿਉਂਕਿ ਸਾਧ ਸੰਗਤ ਦੀ ਪ੍ਰਾਣੀ ਦੀ ਬਿਰਤੀ ਹੈ, ਪ੍ਰਾਣੀ ਹਮੇਸ਼ਾ ਉਹ ਕੰਮ ਕਰਦਾ ਜਿਹਦੇ ਵਿੱਚੋਂ ਇਸ ਨੂੰ ਲਾਭ ਹੋਵੇ।
ਘਾਟੇ ਵਾਲੇ ਪਾਸੇ ਸਾਡੇ ਚੋਂ ਕੋਈ ਵੀ ਜਾ ਕੇ ਖੁਸ਼ ਨਹੀਂ। ਸਾਨੂੰ ਜੇ ਕੋਈ ਆਖੇ ਭਾਈ ਫਲਾਣਾ ਕੰਮ ਕਰ ਲੈ, ਅਸੀਂ ਝਾਟੀ ਉਸ ਨੂੰ ਪੁੱਛਦੇ ਹਾਂ ਇਹਦਾ ਫਾਇਦਾ ਕੀ ਹੈ, ਇਹਦੇ ਵਿੱਚੋਂ ਮੈਨੂੰ ਕੀ ਮਿਲੇਗਾ। ਉਸੇ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਪ੍ਰਾਣੀ, ਉਹ ਸਿਮਰ ਕਹੀਏ ਸਿਮਰਨੇ ਯੋਗ ਪਰਮੇਸ਼ਰ ਨੂੰ ਸਿਮਰਾ ਯਾਦ ਕਰ, ਜਪਣਾ ਕਰ ਵਾਹਿਗੁਰੂ 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 ਵਾਹਿਗੁਰੂ। ਤੇ ਜੇ ਕੋਈ ਪੁੱਛੇ ਮਹਾਰਾਜ ਪਰਮੇਸ਼ਰ ਨੂੰ ਸਿਮਰਨ ਦੇ ਨਾਲ ਕੀ ਹੋਵੇਗਾ, ਤਾਂ ਗੁਰੂ ਗਰੀਬ ਨਿਵਾਜ ਕਹਿੰਦੇ ਸੁੱਖ ਪਾਵੋ, ਸੁੱਖ ਮਿਲੇਗਾ ਭਾਈ। ਇੱਕ ਤਾਂ ਸਾਧ ਸੰਗਤ ਜੀ ਆ ਸੰਸਾਰੀ ਸੁੱਖ ਹੈ ਜਿਹੜਾ ਪਦਾਰਥਾਂ ਤੋਂ ਪੈਦਾ ਹੁੰਦਾ ਹੈ। ਸੰਸਾਰ ਦੀ ਪਕੜ, ਪਰਿਵਾਰ, ਇਸਤਰੀ ਔਰ ਪਦਾਰਥ, ਧਨ, ਘਰ, ਇਹ ਸੰਸਾਰ ਦੀਆਂ ਚਾਰ ਸਾਧ ਸੰਗ ਦੀ ਪਕੜਾਂ ਹਨ। ਇੱਕ ਘਰ ਵਾਲੀ ਹੈ, ਸ਼ਾਸਤਰਾਂ ਨੇ ਮੰਨਿਆ, ਔਰ ਦੂਸਰਾ ਸਾਧ ਸੰਗ ਜੀ ਧੀਆਂ ਪੁੱਤਰ ਸੰਤਾਨ ਹੈ। ਤੀਸਰੀ ਬਿੱਤ ਧਨ ਮਾਇਆ, ਔਰ ਚੌਥੀ ਸਾਧ ਸੰਗਤ ਜੀ ਹੈ ਘਰ। ਇਹ ਚਾਰੇ ਪਕੜਾਂ ਕਰਕੇ ਸੰਸਾਰ ਵਿੱਚ ਪ੍ਰਾਣੀ ਪਰਮੇਸ਼ਰ ਨੂੰ ਭੁੱਲਿਆ ਹੋਇਆ, ਕਿਉਂਕਿ ਇਹਨੂੰ ਇਹ ਭੁਲੇਖਾ ਪੈਂਦਾ ਹੈ ਵੀ ਇਹਦੇ ਵਿੱਚ ਸੁੱਖ ਹੈ। ਜਿਵੇਂ ਵਿਦਵਾਨ ਲੋਕ ਕਹਿੰਦੇ ਆ ਕਿ ਜਿਹੜਾ ਬੰਬੀਹਾ ਹੈ ਉਹਨੇ ਧੂਏਂ ਦਾ ਬੱਦਲ ਵੇਖਿਆ, ਹੈ ਧੂੰਆਂ ਹੀ ਸੀ, ਉਹਨੂੰ ਇਉਂ ਪ੍ਰਤੀਤ ਹੋਇਆ ਵੀ ਬੱਦਲ ਆ ਗਿਆ, ਕਿਉਂਕਿ ਬੰਬੀਹੇ ਦੀ ਪਿਆਸ ਖਾਲਸਾ ਜੀ ਪਾਣੀ ਧਰਤੀ 'ਤੇ ਜਿੰਨਾ ਮਰਜ਼ੀ ਹੋਵੇ ਉਹ ਨਹੀਂ ਬੁਝਾ ਸਕਦਾ। ਬੰਬੀਹੇ ਦੀ ਪਿਆਸ ਸਵਾਂਤੀ ਬੂੰਦ ਬੁਝਾਉਂਦੀ ਹੈ, ਜਿਹੜੀ ਇਹਨੂੰ ਬੱਦਲਾਂ 'ਚੋਂ ਪ੍ਰਾਪਤ ਹੁੰਦੀ ਹੈ, ਬਾਰਿਸ਼ 'ਚੋਂ ਪ੍ਰਾਪਤ ਹੁੰਦੀ ਹੈ। ਬੰਬੀਹੇ ਨੇ ਸੋਚਿਆ ਵੀ ਹੈ ਤਾਂ ਧੂੰਆਂ ਸੀ, ਪਰ ਸੁੱਖ ਲੈਣ ਵਾਸਤੇ ਵੀ ਮੈਨੂੰ ਸਵਾਂਤੀ ਬੂੰਦ ਮਿਲੇਗੀ, ਮੇਰੀ 6 ਮਹੀਨੇ ਦੀ ਪਿਆਸ ਬੁਝ ਜਾਵੇਗੀ, ਸੁੱਖ ਮਿਲੇਗਾ। ਬੰਬੀਹਾ ਸੁੱਖ ਲੈਣ ਵਾਸਤੇ ਸਾਧ ਸੰਗਤ ਜੀਓ ਧੂਏਂ ਦੇ ਵਿੱਚੋਂ ਬੱਦਲ ਦਾ ਭੁਲੇਖਾ, ਪਾਣੀ ਦਾ ਭੁਲੇਖਾ ਖਾ ਕੇ ਦੌੜਿਆ, ਤੇ ਜਦੋਂ ਜਾ ਕੇ ਵੇਖਿਆ ਬੱਦਲ ਦੇ ਵਿੱਚ ਪ੍ਰਵੇਸ਼ ਕੀਤਾ ਤੇ ਪਛਤਾਉਂਦਾ ਹੈ, ਕਹਿੰਦਾ ਓਹੋ ਇਹ ਤਾਂ ਧੂੰਆਂ ਸੀ ਤੇ ਮੈਂ ਬੱਦਲ ਸਮਝ ਕੇ ਇਹਦੇ ਵਿੱਚ ਪ੍ਰਵੇਸ਼ ਕੀਤਾ। ਲੈਣ ਤਾਂ ਸੁੱਖ ਗਿਆ ਪਰ ਉਲਟਾ ਦੁੱਖ ਮਿਲਿਆ। ਦੁੱਖ ਕੀ ਮਿਲਿਆ ਸਾਧ ਸੰਗ ਜੀ, ਭਈ ਦ੍ਰਿਗਨ ਕੀ ਹਾਨ, ਅੱਖਾਂ ਖਰਾਬ ਕਰ ਬੈਠਾ। ਇਸੇ ਤਰ੍ਹਾਂ ਸਾਡੀ ਜੀਵਾਂ ਦੀ ਹਾਲਤ ਹੈ। ਜਿਹੜਾ ਸੰਸਾਰ ਹੈ ਸਾਧ ਸੰਗ ਜੀ ਇਹ ਧੂੰਆਂ ਹੀ ਹੈ, ਹੋਰ ਕੀ ਹੈ। ਤੇ ਜੀਵ ਪਪੀਹਾ ਹੈ। ਪ੍ਰਾਣੀ ਸੋਚਦਾ ਹੈ ਵੀ ਜਿਵੇਂ ਬੰਬੀਹਾ ਸੋਚਦਾ ਸੀ ਨਾ ਵੀ ਬੱਦਲਾਂ ਆ ਗਏ ਆ ਤੇ ਇਹਦੇ ਵਿੱਚ ਮੈਨੂੰ ਸ਼ਾਂਤੀ ਬੂੰਦ ਮਿਲੇਗੀ, ਮੈਨੂੰ ਸੁੱਖ ਮਿਲੇਗਾ। ਉਸੇ ਤਰ੍ਹਾਂ ਇਹ ਜੀਵ ਰੂਪੀ ਪਪੀਹਾ ਸਾਧ ਸੰਗਤ ਜੀ ਇਹ ਸੰਸਾਰ ਹੈ ਤਾਂ ਝੂਠਾ, ਪਰ ਇਹਨੂੰ ਬਦਲ ਜਾਣ ਕਰਕੇ ਇਹਦੇ ਵਿੱਚ ਸੁੱਖ ਲੈਣ ਵਾਸਤੇ ਸੰਸਾਰ ਨੂੰ ਦੌੜਦਾ ਹੈ। ਪਰ ਹੁੰਦਾ ਕੀ ਖਾਲਸਾ ਜੀ, ਜਦੋਂ ਸੰਸਾਰ ਵਾਲੇ ਪਾਸੋਂ ਇਹਦੇ ਮੂੰਹ ਤੇ ਪੈਂਦੀ ਹੈ, ਸਾਰੀ ਉਮਰ ਜਿਨ੍ਹਾਂ ਵਾਸਤੇ ਗਧਿਆਂ ਵਾਂਗੂ ਭਾਰ ਢੋਂਦਾ ਹੈ ਵੀ ਬੱਚੇ ਧੀਆਂ ਪੁੱਤਰ ਮੈਨੂੰ ਸੁੱਖ ਦੇਣਗੇ, ਮਾਇਆ ਮੈਨੂੰ ਸੁੱਖ ਦੇਵੇਗੀ,
ਪਤਨੀ ਘਰ ਵਾਲੀ ਮੇਰਾ ਹੇਤ ਪ੍ਰੇਮ ਕਰੇਗੀ ਜੇ ਮੇਰੇ ਕੋਲ ਵੱਧ ਮਾਇਆ ਹੋਵੇਗੀ, ਤੇ ਘਰ ਵਿੱਚ ਹਰ ਇੱਕ ਵਸਤੂ ਪਦਾਰਥ ਹੋਵੇਗਾ ਜਿਹਦੇ ਨਾਲ ਮੈਂ ਸੁੱਖ ਲੈ ਸਕਾਂ। ਪਰ ਹੁੰਦਾ ਕੀ ਹੈ, ਸਾਰੀ ਉਮਰ ਗਧਿਆਂ ਵਾਂਗੂ ਭਾਰ ਢੋਣ ਵਾਲੇ ਪ੍ਰਾਣੀ ਦੀ ਸਾਧ ਸੰਗ ਦੀ ਜਦੋਂ ਸੰਤਾਨ ਹੱਥੋਂ ਬੇਪਤੀ ਹੁੰਦੀ ਹੈ, ਉਦੋਂ ਫਿਰ ਬੜਾ ਦੁਖੀ ਹੁੰਦਾ ਹੈ ਤੇ ਵਿਚਾਰ ਕਰਦਾ ਵੀ ਮਨਾ, ਜਿਨ੍ਹਾਂ ਦੀ ਖਾਤਰ ਸਾਰੀ ਸਾਰੀ ਉਮਰ ਭਾਰ ਬਾਹਕ ਖੋਤ ਗਧੇ ਵਾਂਗੂ ਭਾਰ ਢੋਇਆ, ਉਹਨਾਂ ਨੂੰ ਤਾਂ ਤੇਰੀ ਕਦਰ ਹੀ ਨਹੀਂ। ਫਿਰ ਸਾਧ ਸੰਗਤ ਜੀ ਨੂੰ ਇਹ ਭੁਲੇਖਾ ਹੁੰਦਾ ਹੈ ਵੀ ਮੈਨੂੰ ਮੇਰੀ ਘਰ ਵਾਲੀ ਜਿਹੜੀ ਹੈ ਉਹ ਮੇਰਾ ਦੁੱਖ ਸਮਝੇਗੀ, ਪਰ ਉਹਨੇ ਦੁੱਖ ਕੀ ਸਮਝਣਾ ਹੈ। ਜਦੋਂ ਧੀਆਂ ਪੁੱਤਰ ਵੱਡੇ ਹੋ ਜਾਂਦੇ ਆ, ਜਿਹੜੀ ਇਸਤਰੀ ਹੁੰਦੀ ਉਹਦਾ ਵਧੀਕ ਪ੍ਰੇਮ ਬੱਚਿਆਂ ਨਾਲ ਹੁੰਦਾ। ਪਿਤਾ ਤੇ ਪੁੱਤਰ ਲੜ ਪੈਣ ਤੇ ਜਿੰਨਾ ਮਰਜ਼ੀ ਕਸੂਰ ਬੱਚੇ ਦਾ ਹੋਵੇ, ਮਾਂ ਕਦੇ ਨਹੀਂ ਕਹਿੰਦੀ। ਉਹ ਹਮੇਸ਼ਾ ਵਾਸਤੇ ਪਤੀ ਨੂੰ ਕੋਸਦੀ ਹੈ ਵੀ ਤੂੰ ਕਲੇਸ਼ ਪਾਉਣਾ। ਇਹ ਸੱਚਾਈ ਹੈ। ਉਹ ਬੱਚਿਆਂ ਦਾ ਪੱਖ ਪੂਰਦੀ ਹੈ। ਫਿਰ ਇਹਨੂੰ ਇਹ ਹੁੰਦਾ ਵੀ ਸ਼ਾਇਦ ਧਨ ਜਿਹੜਾ ਹੈ ਉਹਦੇ ਵਿੱਚੋਂ ਹੀ ਮੈਨੂੰ ਸੁੱਖ ਮਿਲੇਗਾ। ਤੇ ਮਾਇਆ ਨੇ ਸਾਧ ਸੰਗ ਜੀ ਪ੍ਰਾਣ ਗਏ ਕਹੋ ਕਾਂ ਕੀ ਮਾਇਆ, ਇਹ ਉਹਨਾਂ ਸਮਾਂ ਹੀ ਸੁੱਖ ਦਿੰਦੇ ਹੈ ਜਿੰਨਾ ਸਮਾਂ ਸਰੀਰ ਵਿੱਚ ਬਲ ਹੈ। ਧਨ ਵੀ ਉਹਨਾਂ ਸਮਾਂ ਹੀ ਸੁੱਖ ਦਿੰਦਾ। ਜਦੋਂ ਪ੍ਰਾਣੀ ਪ੍ਰਾਪਤ ਹੋ ਜਾਂਦਾ ਖਾਲਸਾ ਜੀ, ਫਿਰ ਪਰਾਧੀਨ ਵੀ ਕਸ਼ਟ ਹੈ ਤਾਤੇ ਕਸ਼ਟ ਵਿਸ਼ੇਖ। ਪਰਾਏ ਦੇ ਅਧੀਨ ਹੋਣ ਵਰਗਾ ਕੋਈ ਕਸ਼ਟ ਨਹੀਂ, ਦੁੱਖ ਨਹੀਂ। ਇਸੇ ਤਰ੍ਹਾਂ ਫਿਰ ਘਰ ਰਹਿ ਜਾਂਦਾ ਇਕੱਲਾ। ਘਰ ਦੇ ਵਿੱਚੋਂ ਕੀ ਸੁੱਖ ਪ੍ਰਾਪਤ ਹੋਵੇਗਾ। ਇਕੱਲਾ ਘਰ ਕੰਧਾਂ ਇੱਟਾਂ ਦਾ ਨਾਮ ਘਰ ਨਹੀਂ। ਘਰ ਤਾਂ ਨਾਮ ਸਾਧ ਸੰਗ ਜੀ ਪਰਿਵਾਰ ਦਾ, ਪ੍ਰੇਮ ਦਾ ਨਾਮ ਘਰ ਹੈ। ਫਿਰ ਉਹ ਇੱਟਾਂ ਨੂੰ ਕੀ ਕਰਨਾ। ਪਰ ਸੁੱਖ ਲੱਭਦਾ ਸੰਸਾਰ ਵਿੱਚ, ਉਹਨੂੰ ਮਿਲਦਾ ਨਹੀਂ। ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਜਾਂ ਮਹਾਰਾਜ ਕਹਿੰਦੇ ਆ ਕਿ ਸੁੱਖ ਕਉ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ। ਸਾਰੇ ਸੁੱਖ ਮੰਗਦੇ ਹਨ, ਦੁੱਖ ਕੋਈ ਨਹੀਂ ਮੰਗਦਾ। ਮੰਗਦੇ ਸੁੱਖ ਹਨ ਪਰ ਮਿਲਦਾ ਦੁੱਖ ਹੈ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਚਾਹੁੰਦਾ ਸੁੱਖ ਹੈ, ਮਿਲਦਾ ਦੁੱਖ ਹੈ। ਫਿਰ ਸੁੱਖ ਕਿੱਥੇ ਹੈ। ਇੱਕ ਤਾਂ ਇਸ ਨੂੰ ਅਸੀਂ ਸੁੱਖ ਗਿਣਦੇ ਹਾਂ ਸਾਧ ਸੰਗ ਜੀ, ਕੋਈ ਧਨ ਮਿਲ ਜਾਣਾ, ਸੁੰਦਰ ਪ੍ਰਸ਼ਾਦਾ ਮਿਲ ਜਾਵੇ। ਕਈ ਸਾਧ ਸੰਗ ਜੀ ਚਾਰ ਦਮੜੇ ਮਾਇਆ ਦੇ ਆ ਤੇ ਕਹਿੰਦੇ ਮੈਂ ਬੜਾ ਸੌਖਾ, ਮੇਰੇ ਵਰਗਾ ਸੁੱਖ ਹੀ ਕੋਈ ਨਹੀਂ, ਮੇਰਾ ਪੁੱਤਰ ਬੜਾ ਲਾਇਕ ਹੈ, ਮੈਂ ਬੜਾ ਸੌਖਾ। ਇਹ ਸੰਸਾਰ ਦੇ ਸੁੱਖ ਤਾਂ ਖਾਲਸਾ ਜੀ ਦੇਹ ਨੂੰ ਸੁੱਖ ਦਿੰਦੇ ਆ। ਸੰਸਾਰ ਪਹਿਲੀ ਗੱਲ ਤਾਂ ਹੈ ਦੁੱਖ ਦੀ ਖਾਣ। ਪਰ ਜੇ ਸੰਸਾਰ ਸੁੱਖ ਦੇਵੇ ਵੀ ਤੇ ਸੰਸਾਰ ਕੇਵਲ ਤੇ ਕੇਵਲ ਸਰੀਰ ਨੂੰ ਸੁੱਖ ਦੇ ਸਕਦਾ ਹੈ, ਆਤਮਾ ਨੂੰ ਨਹੀਂ। ਆਤਮਾ ਦਾ ਸੁੱਖ ਕਿੱਥੇ ਹੈ। ਸੁੱਖ ਨਾਹੀਂ ਬਹੁਤੈ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਮਹਾਰਾਜ ਕਹਿੰਦੇ ਸਾਰੇ ਸੁੱਖ ਤਾਂ ਹਰੀ ਦੇ ਪਰਮੇਸ਼ਰ ਦੇ ਗੁਣ ਗਾਉਣ ਵਿੱਚ ਹਨ। ਵਾਹਿਗੁਰੂ 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 ਵਾਹਿਗੁਰੂ, ਇਹਦੇ ਵਿੱਚ ਸਾਰੇ ਸੁੱਖ ਛੁਪੇ ਹੈ। ਫਿਰ ਸੁੱਖ ਪਰਮੇਸ਼ਰ ਦੇ ਨਾਮ ਤੋਂ ਕਿਹੜਾ ਸੁੱਖ ਮਿਲਦਾ, ਜਿਹੜਾ ਸਾਧ ਸੰਗ ਦੀ ਛਿਣ ਭੰਗਰੀ ਨਹੀਂ, ਜਿਹੜਾ ਨਾਲ ਚੱਲਦਾ। ਜਿਉਂਦਿਆਂ ਵੀ ਲੋਕ ਸੁਖੀਏ ਤੇ ਮਰਨ ਤੋਂ ਬਾਅਦ ਪਰਲੋਕ ਸੁਖੀਏ। ਦੋਵੇਂ ਜਹਾਨਾਂ ਵਿੱਚ ਹੀ ਪਤ ਰਹਿੰਦੀ ਹੈ। ਨਾਮ ਜਪੇ ਦਾ ਇਹ ਸੁੱਖ ਹੈ। ਤੋ ਗੁਰੂ ਗਰੀਬ ਨਿਵਾਜ ਕਹਿੰਦੇ ਆ ਕਿ ਕਿਰਪਾ ਕਰੋ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਜੀ, ਜੀਵਾਂ ਨੂੰ ਇਉਂ ਸੁੱਖ ਵਰਤਾਓ।
ਇਹ ਪ੍ਰਾਣੀ ਸੁਖ ਲੈਣਾ ਤੇ ਸਿਮਰਨੇ ਯੋਗ ਪਰਮੇਸ਼ਰ ਨੂੰ ਸਿਮਰੋ ਯਾਦ ਕਰ ਤੇ ਸਿਮਰ ਕੇ ਸੁਖ ਪਾਵੋ, ਤੈਨੂੰ ਸੁਖ ਪ੍ਰਾਪਤ ਹੋਵੇਗਾ। ਕਾਲ ਕਲੇਸ਼ ਤਨ ਮਾਹੇ ਮਿਟਾਵਾ। ਤੇ ਕਲਯੁਗ ਦੇ ਜਿਹੜੇ ਕਲੇਸ਼ ਹਨ ਉਹ ਤਨ ਸਰੀਰ ਦੇ ਮਾਹੇ ਵਿੱਚੋਂ ਮਿਟਾਵੋ, ਨਾਸ਼ ਕਰ ਲੈ। ਮਹਾਰਾਜ ਨੂੰ ਪੁੱਛੋ ਸੱਚੇ ਪਾਤਸ਼ਾਹ ਜੀ ਦੁੱਖ ਕਿਵੇਂ ਨਾਸ਼ ਹੋਵੇਗਾ? ਤੇ ਸਾਧ ਸੰਗਤ ਜੀ ਇਹ ਤਾਂ ਸਿੱਧੀ ਪ੍ਰਤਾਖੀ ਆਪਣੇ ਸਾਹਮਣੇ ਆ ਨਾ, ਵੀ ਜੇ ਕੋ ਆਖੇ ਰਾਤ ਕਿਵੇਂ ਜਾਵੇਗੀ ਤੇ ਉਹਦਾ ਇੱਕੋ ਹੀ ਜਵਾਬ ਹੈ ਵੀ ਜਦੋਂ ਦਿਨ ਆਵੇਗਾ। ਜੇ ਕੋ ਆਖੇ ਹਨੇਰਾ ਕਿਵੇਂ ਜਾਵੇਗਾ ਤੇ ਉਹਦਾ ਜਵਾਬ ਹੈ ਵੀ ਜਦੋਂ ਚਾਨਣ ਆਵੇਗਾ। ਆ ਹੁਮਸ, ਆ ਗੁੰਮ ਕਿਵੇਂ ਨਾਸ਼ ਹੋਵੇਗਾ? ਜਿਵੇਂ ਅੱਗੇ ਆ ਸਾਉਣ ਭਾਦਰੋਂ ਦੇ ਮਹੀਨਿਆਂ ਵਿੱਚ ਲੱਗਦਾ, ਹੁਣ ਵੀ ਲੱਗਦਾ। ਇਹ ਗੁੰਮ ਕਦੋਂ ਜਾਏਗਾ? ਜਦੋਂ ਹਵਾ ਆਏਗੀ। ਧੁੱਪ ਕਦੋਂ ਜਾਏਗੀ? ਜਦੋਂ ਛਾਂ ਹੋਵੇਗੀ। ਦੁੱਖ ਕਦੋਂ ਜਾਏਗਾ? ਜਦੋਂ ਸੁੱਖ ਆਵੇਗਾ। ਆਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਸੁੱਖ ਆਵੇਗਾ ਖਾਲਸਾ ਜੀ, ਦੁੱਖ ਉਦੋਂ ਹੀ ਜਾਵੇਗਾ, ਓਨਾ ਸਮਾਂ ਦੁੱਖ ਨਹੀਂ ਜਾਣਾ। ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ, ਦੋ ਹੀ ਸੰਸਾਰ ਤੇ ਦੋ ਕਿਰਿਆ ਸਦਾ ਚੱਲਦੀਆਂ ਹਨ। ਦਿਨ ਹੈ ਰਾਤ ਹੈ, ਇੱਕ ਦੂਜੇ ਦੇ ਵਿਪਰੀਤ। ਸੁੱਖ ਹੈ ਦੁੱਖ ਹੈ, ਤੇ ਦੁੱਖ ਉਦੋਂ ਜਾਵੇਗਾ ਜਦੋਂ ਸੁੱਖ ਆਵੇਗਾ। ਤੇ ਸਿਮਰ ਕੇ ਸੁੱਖ ਪ੍ਰਾਪਤ ਕਰੋ ਤੇ ਸੁਭਾਵਿਕ ਹੈ ਵੀ ਦੁੱਖਾਂ ਦਾ ਨਾਸ਼ ਹੋਵੇਗਾ ਤੇ ਸੁੱਖ ਮਿਲੇਗਾ। ਤਾਂ ਮਹਾਰਾਜ ਕਹਿੰਦੇ ਕਲਯੁਗ ਦੇ ਅੰਦਰ ਜਾਂ ਜਿਹੜੇ ਕਲਪਨਾ ਕਰਨੀਆਂ ਔਰ ਜਿਹੜੇ ਕਲੇਸ਼ ਹਨ, ਕਲੇਸ਼ ਸਾਧ ਸੰਗਤ ਜੀ 5 ਪ੍ਰਕਾਰ ਦਾ। ਇੱਕ ਤਾਂ ਰਾਗ ਹੈ, ਕਿਸੇ ਨਾਲ ਪ੍ਰੇਮ ਕਰੀ ਜਾਣਾ ਅਕਾਰਨੀ ਜਾਂ ਮਤਲਬ ਦੇ ਵਿੱਚ, ਵੀ ਇੱਥੋਂ ਮੈਨੂੰ ਵਸਤੂ ਮਿਲੇਗੀ, ਇਹ ਮੈਨੂੰ ਕੋਈ ਵਸਤੂ ਦੇਵੇਗਾ, ਉਹਦੇ ਨਾਲ ਪ੍ਰੇਮ ਕਰਨਾ, ਮੋਹ ਕਰਨਾ, ਉਹਦਾ ਤੇਹ ਕਰਨਾ, ਇਹ ਵੀ ਕਲੇਸ਼ ਹੈ ਇੱਕ ਤਰ੍ਹਾਂ ਦਾ। ਜਦੋਂ ਪ੍ਰੇਮ ਦੇ ਬਦਲੇ ਉਹਦੇ ਪਾਸੋਂ ਸਾਨੂੰ ਕੁਝ ਮਿਲਦਾ ਨਹੀਂ, ਫਿਰ ਦੁਖੀ ਹੁੰਨੇ ਆ। ਈਰਖਾ ਦੁਆਇਕ, ਇਹ ਦੂਜਾ ਕਲੇਸ਼ ਹੈ। ਈਰਖਾ ਕਰਦੇ ਹਾਂ। ਡੱਬੀ ਦੀ ਤੀਲ ਪਹਿਲਾਂ ਸਾਧ ਸੰਗਤ ਜੀ ਆਪ ਸੜਦੀ ਹੈ ਤੇ ਫਿਰ ਅੱਗੇ ਅੱਗ ਲਾਉਂਦੀ ਹੈ। ਜੇ ਤੌੜੀ ਰਿੱਝਦੀ ਹੈ ਤੇ ਪਹਿਲਾਂ ਆਪ ਦੇ ਕੰਢੇ ਸਾੜਦੀ ਹੈ। ਈਰਖਾਲੂ ਪ੍ਰਾਣੀ ਜਿਹੜਾ ਪਹਿਲਾਂ ਆਪ ਰਿੱਝਦਾ ਸਾਰਾ ਦਿਨ ਤੇ ਫਿਰ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ, ਉਹਦੀ ਨਿੰਦਿਆ ਕਰਦਾ, ਕਿਉਂਕਿ ਨਿੰਦਿਆ ਈਰਖਾ ਦੀ ਪੁੱਤਰੀ ਮੰਨੀ ਹੋਈ ਹੈ। ਉਸੇ ਦੀ ਨਿੰਦਿਆ ਪ੍ਰਾਣੀ ਕਰੇਗਾ ਜਿਹਦੇ ਨਾਲ ਈਰਖਾ ਕਰਦਾ ਹੈ। ਜਿਹਦੇ ਨਾਲ ਪ੍ਰੇਮ ਹੈ ਉਹਦੀ ਕਦੇ ਕੋਈ ਨਿੰਦਿਆ ਨਹੀਂ ਕਰਦਾ। ਔਰ ਨਿੰਦਾ ਵਿੱਚ ਵੀ ਦੁੱਖ ਹੈ, ਈਰਖਾ ਵਿੱਚ। ਦੂਜਾ ਤੇ ਤੀਜਾ ਕਲੇਸ਼ ਸਾਧ ਸੰਗਤ ਜੀ ਹੈ ਅਵਿਦਿਆ। ਅਵਿਦਿਆ ਦਾ ਸਰੂਪ ਕੀ ਹੈ? ਜੇ ਕੋਈ ਆਖੇ ਅਵਿਦਿਆ ਦਾ ਸਰੂਪ ਕੀ ਹੈ, ਅਗਿਆਨ ਦਾ ਸਰੂਪ ਕੀ ਹੈ? ਅਵਿਦਿਆ ਦਾ ਅਗਿਆਨ ਦਾ ਸਰੂਪ ਹੈ ਮੈਨੂੰ ਪਤਾ ਨਹੀਂ। ਇਹ ਅਵਿਦਿਆ ਦਾ ਸਰੂਪ ਹੈ। ਉਹਨੂੰ ਕੁਝ ਪਿੱਛੋਂ ਕਹਿੰਦਾ ਜੀ ਪਤਾ ਨਹੀਂ, ਸੰਗਤ ਕਿਵੇਂ ਕਰੀਦੀ ਹੈ ਪਤਾ ਨਹੀਂ, ਪਰਮੇਸ਼ਰ ਦਾ ਨਾਮ ਜਪਜੀ ਸਾਹਿਬ ਪੜ੍ਹਨਾ ਆਉਂਦਾ ਮੈਨੂੰ ਪਤਾ ਨਹੀਂ। ਅਵਿਦਿਆ ਦਾ ਸਰੂਪ ਇਹ ਹੈ ਮੈਨੂੰ ਪਤਾ ਨਹੀਂ। ਫਿਰ ਸਾਧ ਸੰਗਤ ਦੀ ਅਵਿਦਿਆ ਵਿੱਚ ਵੀ ਬੜਾ ਦੁੱਖ ਹੈ। ਤੀਜਾ ਕਲੇਸ਼, ਅਗਿਆਨੀ ਪ੍ਰਾਣੀ ਸਦਾ ਦੁਖੀ ਰਹਿੰਦਾ ਹੈ, ਕਿਉਂਕਿ ਅਗਿਆਨੀ ਨੂੰ ਪਰਖ ਨਹੀਂ ਵੀ ਆਹ ਵਸਤੂ ਮੇਰੇ ਵਰਤਨੇ ਯੋਗ, ਅੰਗੀਕਾਰ ਕਰਨੇ ਯੋਗ ਹੈ, ਆਹ ਮੇਰੇ ਛੱਡਣੇ ਯੋਗ ਹੈ। ਚੌਥਾ ਕਲੇਸ਼ ਸਾਧ ਸੰਗਤ ਜੀ, ਤੀਜਾ ਅਵਿਦਿਆ ਹੈ, ਚੌਥਾ ਅਭਿਨਵੇਸ਼ ਹੈ। ਹਠ ਕਰਕੇ ਕੋਈ ਪਾਪ ਕਰਨੇ। ਕਈਆਂ ਨੂੰ ਸਮਝਾਓ, ਉਹ ਕਹਿੰਦੇ ਜੀ ਆਹ ਜਗ ਡਿੱਠਾ ਅਗਲਾ ਕਿਨ, ਆਹ ਜਗ ਮਿੱਠਾ ਅਗਲਾ ਕਿਨ ਡਿੱਠਾ। ਗਾਂ ਕਿੰਨੇ ਵੇਖਿਆ? ਸੰਸਾਰ ਖਾਣ ਪੀਣ ਵਾਸਤੇ, ਵਿਸ਼ੇ ਭੋਗਣ ਵਾਸਤੇ ਸਰੀਰ ਮਿਲਿਆ।
ਨਾਮ ਜਪਣ ਵਾਸਤੇ ਨਹੀਂ। ਉਹ ਪ੍ਰਾਣੀ ਇਹ ਜਾਣ ਕੇ ਖਾਲਸਾ ਜੀ ਪਾਪ ਕਮਾਉਂਦੇ ਆ, ਹਠ ਕਰਕੇ ਜਿੱਦ ਕਰਕੇ ਪਾਪ ਕਮਾਉਣ ਦਾ ਨਾਮ ਅਭਿਨਵੇਸ਼ ਹੈ। ਫਿਰ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਇਹਦੇ ਵਿੱਚ ਵੀ ਦੁੱਖ ਹੈ। ਅੱਗੇ ਖਾਲਸਾ ਜੀ ਪੰਜਵਾਂ ਕਲੇਸ਼ ਜਿਹਨੂੰ ਮੰਨਦੇ ਆ ਉਹ ਅਸਮਤਾ ਹੈ। ਸਰੀਰ ਦੀ, ਧਨ ਦੀ, ਸੰਬੰਧੀਆਂ ਦੀ ਮੇਰ ਕਰਨੀ, ਉਹਦੇ ਵਿੱਚ ਹੰਗਤਾ ਰੱਖਣੀ ਵੀ ਆਹ ਮੇਰਾ ਹੈ, ਆਹ ਵਸਤੂ ਮੇਰੀ ਹੈ, ਆਹ ਮੈਂ ਕਰਾਂਗਾ, ਮੇਰੇ ਬਿਨਾਂ ਆਹ ਕੰਮ ਕੋਈ ਨਹੀਂ ਕਰ ਸਕਦਾ। ਇਹ ਅਸਮਤਾ ਨਾਮੇ ਕਲੇਸ਼ ਹੈ। ਇਹਦੇ ਵਿੱਚ ਵੀ ਬਹੁਤ ਦੁੱਖ ਹੈ, ਕਿਉਂਕਿ ਸੰਬੰਧੀਆਂ ਤੋਂ ਖਾਲਸਾ ਜੀ ਕਿਸੇ ਨੇ ਸੁੱਖ ਨਹੀਂ ਪ੍ਰਾਪਤ ਕੀਤਾ। ਇਹ ਤਾਂ ਜਦੋਂ ਤੱਕ ਤੁਹਾਡੇ ਤੋਂ ਜਿਚਰ ਖਾਵਨ ਪੀਵਨੇ ਤਿਚਰ ਰੱਖਣ ਗੰਢ, ਜਿੰਨਾ ਸਮਾਂ ਸਾਧ ਸੰਗੀ ਤੁਹਾਥੋਂ ਕੁਝ ਮਿਲਦਾ ਹੈ ਉਹਨਾਂ ਸਮਾਂ ਹਰੇਕ ਪ੍ਰਾਣੀ ਤੁਹਾਡਾ ਮਿੱਤਰ ਹੈ। ਜਦੋਂ ਉਹਨਾਂ ਦਾ ਸਵਾਰਥ ਪੂਰਾ ਨਹੀਂ ਹੁੰਦਾ ਫਿਰ ਤੁਹਾਡੀ ਨਿੰਦਿਆ ਕਰਦੇ ਆ। ਤੋ ਇਹ ਅਸਮਤਾ ਹੈ ਸੰਬੰਧੀਆਂ ਦੇ ਵਿੱਚ, ਧਨ ਵਿੱਚ ਮੇਰ ਰੱਖਣੀ। ਇਹ 5 ਪ੍ਰਕਾਰ ਦੇ ਕਲੇਸ਼ ਨੂੰ ਮਹਾਰਾਜ ਕਹਿੰਦੇ ਜਿਹੜਾ ਬੜਾ ਦੁਖੀ ਕਰਨ ਵਾਲਾ ਹੈ। ਕਲ ਕਲੇਸ਼ ਤਨ ਮਾਹੇ ਮਿਟਾਵੋ। ਕਲਯੁਗ ਦੇ ਜਿੰਨੇ ਕਲੇਸ਼ ਵੈ ਇਹ ਸਰੀਰ ਵਿੱਚੋਂ ਅਥਵਾ ਮਨ ਵਿੱਚੋਂ ਭਾਈ ਨਾਮ ਜਪ ਕੇ ਮਿਟਾ ਲੈ, ਇਹਨਾਂ ਨੂੰ ਨਾਸ਼ ਕਰ ਲੈਣਾ ਕਰ। ਸਿਮਰਾ ਜਾਸ ਬਿਸਮ ਪਰ ਏਕੈ। ਅੱਗੇ ਮਹਾਰਾਜ ਕਹਿੰਦੇ ਭਾਈ ਹੈ ਪ੍ਰਾਣੀ, ਉਸ ਪਰਮੇਸ਼ਰ ਨੂੰ ਸਿਮਰਨਾ ਕਰ। ਕਿਸ ਪਰਮੇਸ਼ਰ ਨੂੰ? ਜਾਸ ਬਿਸਮ ਪਰ ਏਕੈ, ਜਿਸ ਜਾਸ ਜਸ ਵਡਿਆਈ, ਉਸ ਪਰਮੇਸ਼ਰ ਦਾ ਜਸ ਵਡਿਆਈ ਸਿਮਰਨੀ ਕਰ, ਯਾਦ ਕਰ। ਬਿਸਮ ਭਰ ਨਾਮ ਖਾਲਸਾ ਜੀ। ਬਿਸਮ ਭਰ ਕੌਣ ਹੈ? ਜਿਹਨੇ ਬਿਸਮ ਨੂੰ ਭਰਿਆ ਹੋਇਆ। ਕਿੰਨੇ ਪ੍ਰਾਣੀ ਬਣੇ ਆ, ਕਿੰਨੀਆਂ ਜਾਤਾਂ, ਕਿੰਨੀਆਂ ਜੂਨੀਆਂ ਬਣੀਆਂ, ਜਾਂ ਵੇਖੋ ਕਿੰਨਾ ਜੀਵ ਜੰਤੂ ਹੈ ਤੇ ਸਾਰਿਆਂ ਦਾ ਪੇਟ ਕੌਣ ਭਰਦਾ? ਉਹ ਪ੍ਰਭੂ ਪਰਮੇਸ਼ਰ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਲ ਮਹਿ ਜੰਤ ਉਪਾਏ ਕਹਿ, ਤਿੰਨਾ ਪੇ ਰੋਜੀ ਦੇ। ਉਹ ਪ੍ਰਭੂ ਪਰਮੇਸ਼ਰ ਵਿਸ਼ ਨਾਮ ਸੰਸਾਰ ਦਾ ਵਿਸ਼ਵ ਵਿਸ਼ਵ ਔਰ ਬਿਸ ਨਾਮ ਸੰਸਾਰ ਦਾ ਹੈ, ਵਿਸ਼ਵ ਦਾ ਹੈ। ਵਿਸ਼ਵ ਨੂੰ ਭਰਨ ਵਾਲਾ ਜੋ ਪਰਮੇਸ਼ਰ ਇੱਕ ਹੈ, ਇੱਕੋ ਹੀ ਹੈ, ਫਿਰ ਦੋ ਨਹੀਂ। ਇਹ ਨਹੀਂ ਜੇ ਸੰਸਾਰ ਵਿੱਚ ਜੀਵਾਂ ਦੀ ਗਿਣਤੀ ਬਹੁਤ ਹੈ, ਅਖੰਡ ਬ੍ਰਹਿਮੰਡਾਂ ਵਿੱਚ ਕਿੰਨੀਆਂ ਜੂਨਾਂ ਹੋਣਗੀਆਂ ਤੇ ਪਰਮੇਸ਼ਰ ਵੀ ਓਨੇ ਹੀ ਹੈ। ਪਰਮੇਸ਼ਰ ਇੱਕੋ ਹੀ ਹੈ ਤੇ ਸਾਰਿਆਂ ਜੀਵਾਂ ਦੇ ਪੇਟ ਦੀ ਪੂਰਤੀ ਕਰਦਾ। ਸਾਰਿਆਂ ਜੀਵਾਂ ਨੂੰ ਸਾਧ ਸੰਗਤ ਜੀ ਵਿਸਮ ਭਰ ਕਹੀਏ, ਵਿਸ਼ਵ ਨੂੰ ਗੁਣਾਂ ਨਾਲ ਵੀ ਭਰਨ ਵਾਲਾ ਉਹੀ ਪਰਮੇਸ਼ਰ ਹੈ। ਉਸ ਦੀ ਵਡਿਆਈ, ਉਸ ਦੀ ਮਹਿਮਾ ਨੂੰ ਸਿਮਰਨਾ ਕਰ। ਨਾਮ ਜਪਤ ਅਗਨਤ ਅਨੇਕੈ। ਤੇ ਉਸ ਪ੍ਰਭੂ ਦਾ ਨਾਮ ਜਪ ਜਿਹੜਾ ਪ੍ਰਭੂ ਅਗਨਤ ਹੈ, ਕਿਸੇ ਗਿਣਤੀ ਵਿੱਚ ਨਹੀਂ। ਨਾ ਇੱਕ ਕਹਿ ਸਕਦੇ ਹਾਂ ਤੇ ਨਾ ਅਨੇਕ ਕਹਿ ਸਕਦੇ ਹਾਂ। ਅਨੇਕ ਹੈ ਫਿਰ ਏਕ ਹੈ। ਕੋ ਕਹਿ ਤੋ ਸਭ ਬਾਹਰ, ਬਾਹਰ ਕੋ ਕਹਿ ਤੋ ਸਭ ਮਹੀਆ। ਸਾਰਿਆਂ ਦੇ ਵਿੱਚ ਵੀ ਹੈ ਸਾਧ ਸੰਗਤ ਜੀ ਤੇ ਸਾਰਿਆਂ ਦੇ ਬਾਹਰ ਵੀ ਹੈ। ਔਰ ਉਸ ਪ੍ਰਭੂ ਨੂੰ ਜਾਪ ਜਿਹਦੇ ਨਾਮ ਅਗਣਤ ਹਨ, ਸਰੂਪ ਅਨੇਕ ਹੈ, ਅਨੇਕਾਂ ਸਰੂਪ ਹਨ। ਅਗਣਤ ਗਿਣਤੀ ਤੋਂ ਰਹਿਤ ਬੇਅੰਤ 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 ਨਾਵਾਂ ਵਾਲੇ ਪ੍ਰਭੂ ਪਰਮੇਸ਼ਰ ਨੂੰ ਸਿਮਰਨਾ ਕਰ। ਵੇਦ ਪੁਰਾਨ ਸਿਮਰਤ ਸੁਧਾਖਰ। ਗੁਰੂ ਗਰੀਬ ਨਵਾਜ ਅੱਗੇ ਕਿਰਪਾ ਕਰਦੇ ਆ। ਜਿਹੜੇ ਵੇਦ ਹਨ 4 ਔਰ 18 ਪੁਰਾਣ ਹਨ, 27 ਸਿਮਰਤੀਆਂ ਹਨ। ਇਹਨਾਂ ਦੇ ਵਿੱਚ ਸੁਧਾਖਰ ਇਹ ਉਚਾਰਨ ਹੈ ਇਸ ਦਾ। ਸੁਧਾਖਰ ਸੁਧ ਆਖਰ ਅੱਖਰ,
ਇਹਨਾਂ ਵਿੱਚ ਇੱਕ ਸੁੱਧ ਪਵਿੱਤਰ ਅੱਖਰ ਜਿਹੜਾ ਹੈ ਉਹ ਕਿਹੜਾ ਹੈ? ਅੱਗੇ ਮਹਾਰਾਜ ਦੱਸਦੇ ਆ, ਕੀਨੇ RAM ਨਾਮ ਇੱਕ ਆਖਿਰ। ਇਹ RAM ਦਾ ਨਾਮ ਹੈ, ਇੱਕੋ ਅੱਖਰ। ਇਹ ਸਾਰਿਆਂ ਵਿੱਚ ਸਾਧ ਸੰਗਤ ਜੀ ਸੁੱਧ ਇੱਕ ਅੱਖਰ ਕੀ ਹੈ? ਉਹ RAM ਹੈ। ਚਾਰਾਂ ਵੇਦਾਂ ਵਿੱਚ ਕਿੰਨਾ ਗਿਆਨ ਦਿੱਤਾ ਹੈ, ਪੁਰਾਣਾ ਸਿਮਰਤੀਆਂ ਵਿੱਚ ਕਿੰਨਾ ਗਿਆਨ ਹੈ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਤੋਂ ਬਿਨਾ ਸਾਧ ਸੰਗਤ ਜੀ ਸਾਰਾ ਹੀ ਗਿਆਨ ਝੂਠਾ ਹੈ, ਕਿਉਂਕਿ ਝੂਠੀ ਵਸਤੂ ਬਾਬਤ ਗਿਆਨ ਵੀ ਝੂਠਾ ਹੋਵੇਗਾ ਤੇ ਸੱਚੇ ਦਾ ਗਿਆਨ ਵੀ ਸੱਚਾ ਹੁੰਦਾ ਹੈ। ਤੋ 4 ਵੇਦਾਂ ਵਿੱਚ, 18 ਪੁਰਾਣਾਂ ਵਿੱਚ, 27 ਸਿਮਰਤੀਆਂ ਵਿੱਚ ਮਹਾਰਾਜ ਕਹਿੰਦੇ ਕਿ ਸੁੱਧ ਅੱਖਰ ਜਿਹੜਾ ਨਿਰਧਾਰਤ ਕੀਤਾ ਹੈ, ਉਹ ਕੀ ਕੀਤਾ? ਕੀਨੇ RAM ਨਾਮ ਇੱਕ ਅੱਖਰ। RAM ਪ੍ਰਭੂ ਦੇ ਨਾਮ ਦਾ ਇੱਕੋ ਅੱਖਰ ਜਿਹੜਾ ਹੈ ਉਹ ਸਾਰਿਆਂ ਵਿੱਚ ਨਿਰਧਾਰਤ ਕੀਤਾ ਹੋਇਆ ਹੈ। ਵੇਦ ਕਹੀਏ ਸਾਧ ਸੰਗਤ ਜੀ ਗਿਆਨਮਈ, ਔਰ ਪੁਰਾਣ ਕਹੀਏ ਪੁਰਾਤਨ ਸਰੂਪ, ਸਿਮਰਤ ਕਹੀਏ ਸਿਮਰਨੇ ਯੋਗ। ਕੀ ਆ? ਉਹ ਸੁੱਧ ਅੱਖਰ ਇੱਕੋ ਹੀ ਹੈ। ਉਹ ਕਿਹੜਾ ਹੈ? ਉਹ ਹੈ RAM ਨਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਈ ਅੱਲਾ ਕਵੇ, ਕੋਈ ਰਾਮ ਕਰੇ, ਕੋਈ ਗੁਸਾਈ, ਕੋਈ ਉਸ ਨੂੰ ਜੋ ਮਰਜੀ ਸੁਆਮੀ ਆਖੇ, ਪ੍ਰਭੂ ਆਖੇ, ਭਗਵਾਨ ਆਖੇ, ਹਰੀ ਆਖੇ। ਇਹ RAM ਦਾ ਨਾਮ ਇੱਕੋ ਹੀ ਇਹੋ ਜਿਹਾ ਅੱਖਰ ਜਿਹੜਾ ਇਹਨਾਂ ਸਾਰਿਆਂ ਦੇ ਵਿੱਚੋਂ ਸੁੱਧ ਅੱਖਰ ਸ਼੍ਰੇਸ਼ਟ ਮੰਨਿਆ ਹੋਇਆ ਹੈ ਸਾਰੀਆਂ ਗਿਆਨਮਈ ਪੁਸਤਕਾਂ ਗ੍ਰੰਥਾਂ ਅੰਦਰ। ਕਿਨ ਕਾ ਏਕ ਜਿਸ ਜੀ ਬਸਾਵੈ। ਤੇ ਇਸ RAM ਦੇ ਨਾਮ ਦਾ ਇੱਕ ਕਿਣਕਾ ਵੀ ਖਾਲਸਾ ਜੀ ਜਿਸ ਜੀਵ ਨੇ ਹਿਰਦੇ 'ਚ ਵਸਾ ਲਿਆ। ਕਿਣਕਾ ਕਿਹਨੂੰ ਕਹਿੰਦੇ ਆ? ਰੇਤੇ ਦੇ ਵਿੱਚੋਂ ਸਾਧ ਸੰਗਤ ਜੀ ਰੇਤੇ ਦਾ ਇੱਕ ਕਣ ਚੁੱਕ ਲਈ, ਉਹਨੂੰ ਕਿਣਕਾ ਆਂਦੇ ਆ। ਮਹਾਰਾਜ ਕਹਿੰਦੇ ਜੇਕਰ ਇੱਕ ਕਿਣਕੇ ਮਾਤਰ ਵੀ ਨਾਮ ਮਹਾਰਾਜ ਦੀ ਸਿੱਖਿਆ, ਪਰਮੇਸ਼ਰ ਦਾ ਨਾਮ, ਪ੍ਰਭੂ ਦਾ ਜਿਸ ਜੀਵ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਿਸ ਜੀਵ ਨੇ ਕਿਣਕਾ ਮਾਤਰ ਵੀ ਮਹਾਰਾਜ ਉਸ ਪ੍ਰਭੂ ਨੂੰ ਹਿਰਦੇ ਵਿੱਚ ਵਸਾਇਆ ਹੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਤੇ ਉਹਨਾਂ ਮਹਾਂਪੁਰਸ਼ਾਂ ਦੀ, ਗੁਰਸਿੱਖਾਂ ਗੁਰਮੁਖਾਂ ਦੀ ਮਹਿਮਾ ਵਡਿਆਈ ਸਾਧ ਸੰਗਤ ਜੀ ਗਿਣੀ ਜਾਂਦੀ? ਕਿਤੇ ਨਹੀਂ ਗਿਣੀ ਜਾਂਦੀ। ਜਿਹਦੇ ਮੜ ਵਿੱਚ ਪ੍ਰਭੂ ਪਰਮੇਸ਼ਰ ਹੈ, ਉਹਦੀ ਮਹਿਮਾ ਕਿੰਨੀ, ਉਹਦੀ ਵਡਿਆਈ ਆ, ਗਿਣ ਕੇ ਦੱਸਣੀ ਔਖੀ ਹੈ। ਕਿਉਂਕਿ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਜਿਹੜਾ ਨਾ, ਕੰਚਨ ਸਿਉ ਪਾਈਐ ਨਹੀਂ ਤੋਲ। ਸੋਨਾ ਰੱਖ ਦੇਵੋ ਇੱਕ ਪਾਸੇ ਤੇ ਇੱਕ ਪਾਸੇ ਤਕੜੀ ਦੇ ਪਲੜੇ ਵਿੱਚ RAM ਦਾ ਨਾਮ ਪਾ ਦਿਓ। ਸਾਰੇ ਸੰਸਾਰ ਦੀ ਸੰਪત્ਤੀ ਵੀ ਰੱਖ ਦਿਓ ਤਾਂ ਵੀ RAM ਪ੍ਰਭੂ ਦੇ ਨਾਮ ਦੇ ਤੁਲ ਨਹੀਂ ਹੈ। ਕੰਚਨ ਸਿਉ ਪਾਈਐ ਨਹੀਂ ਤੋਲ। ਮਨ ਦੇ RAM ਲਿਆ ਹੈ ਮੂਲ। ਮਨ ਦੇ ਕਰਕੇ ਸਾਧ ਸੰਗਤ ਜੀ ਪ੍ਰਭੂ ਪਰਮੇਸ਼ਰ ਰੱਬ ਦੇ ਪਿਆਰੇ ਮੁੱਲ ਲੈ ਲੈਂਦੇ ਆ। ਰੱਬ ਮੁੱਲ ਕਿਉਂ ਨਹੀਂ ਮਿਲਦਾ? ਮਿਲਦਾ ਪਰ ਉਹਦੇ ਵਾਟੇ ਮਨ ਦੇਣਾ ਪੈਂਦਾ। ਆਪਣਾ ਮਨ ਤਨ ਮਨ ਧਨ ਸਭ ਸੌਂਪ ਗੁਰ ਕੋ। ਪਰਮੇਸ਼ਰ ਨੂੰ, ਪ੍ਰਭੂ ਨੂੰ ਮਨ ਦੇ ਦਿਓ, ਤੁਹਾਡੇ ਮੁੱਲ ਤੁਹਾਡੇ ਹੱਕ 'ਚ ਹੋ ਜਾਵੇਗਾ, ਤੁਸੀਂ ਮੁੱਲ ਲੈ ਲਓਗੇ। ਤਾਂ ਮਹਾਰਾਜ ਕਹਿੰਦੇ ਕਿ ਭਾਈ ਜਿਨ੍ਹਾਂ ਨੇ ਇੱਕ ਕਿਣਕਾ ਵੀ RAM ਪ੍ਰਭੂ ਦੇ ਨਾਮ ਦਾ ਹਿਰਦੇ 'ਚ ਵਸਾਇਆ ਹੈ, ਉਹਨਾਂ ਦੀ ਮਹਿਮਾ ਕਹੀ ਨਹੀਂ ਜਾਂਦੀ। ਕਿੰਨੀ ਉਹਨਾਂ ਦੀ ਵਡਿਆਈ ਹੈ। ਆਹ ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਦੇ ਨਾਲ ਸਾਧ ਸੰਗਤ ਜੀ ਸਾਰੀ ਧਰਤੀ ਭਰੀ ਪਈ ਹੈ। ਜਿੱਥੇ ਜਾਓ ਕਿੰਨੇ ਸਥਾਨ ਬਣੇ ਹੋਏ ਆ ਸਤਿਪੁਰਖਾਂ ਦੇ, ਮਹਾਂਪੁਰਸ਼ਾਂ ਦੇ। ਕਿੰਨੀ ਦੁਨੀਆ ਨੂੰ ਧਾਰ ਰਹੇ ਹਨ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ, ਪਰਮੇਸ਼ਰ ਦੇ ਨਾਲ ਜੋੜਦੇ ਆ। ਇਹ ਉਹ ਰੂਹਾਂ ਹਨ ਜਿਨ੍ਹਾਂ ਨੇ ਹਿਰਦੇ ਵਿੱਚ ਸਿਰਫ ਕਿਣਕਾ ਹੀ ਵਸਾਇਆ ਹੋਇਆ। ਉੱਦਾਂ ਦਾ ਸਾਧ ਸੰਗਤ ਦੀ ਸਾਧੂ ਦਾ ਕੋਈ ਅੰਤ ਨਹੀਂ, ਪਰ ਇੱਕ ਕਿਣਕਾ ਵੀ ਜੇ ਕੋਈ ਵਸਾ ਲਵੇ ਆਪਣੇ ਮਨ ਦੇ ਅੰਦਰ, ਉਹਦੀ ਮਹਿਮਾ ਦੱਸੀ ਨਹੀਂ ਜਾਂਦੀ ਵੀ ਕਿੱਡੀ ਵਡਿਆਈ ਹੈ। ਕਾਂਖੀ ਏਕੈ ਦਰਸ ਤੁਹਾਰੋ। ਅੱਗੇ ਮਹਾਰਾਜ ਕਿਰਪਾ ਕਰਦੇ ਇਹ ਸੱਚੇ ਪਾਤਸ਼ਾਹ ਪ੍ਰਭੂ ਜੀ
ਇਹ ਬੇਨਤੀ ਦਾ ਸਾਧ ਸੰਗ ਜੀ ਸ਼ਬਦ ਹੈ। ਪਹਿਲੀ ਅਸ਼ਟਪਦੀ ਦੇ ਪਹਿਲੇ ਪਦੇ ਦੀਆਂ ਅਖੀਰੀ ਪੰਕਤੀਆਂ। ਹੇ ਪ੍ਰਭੂ ਪਰਮੇਸ਼ਰ ਜੀ, ਕਾਂਖੀ ਏਕੈ ਦਰਸ ਤੁਹਾਰੋ। ਜਿਨ੍ਹਾਂ ਨੂੰ ਇੱਕੋ ਤੇ ਇੱਕ ਤੁਹਾਡੇ ਦਰਸ਼ਨ ਦੀ ਕਾਂਖੀ, ਨਾਮ ਖਾਲਸਾ ਜੀ ਆਕਾਂਖਸ਼ਾ ਦਾ ਹੈ। ਸੰਸਕ੍ਰਿਤ ਦੇ ਅੰਦਰ ਆਕਾਂਖਸ਼ਾ ਤੋਂ ਬਦਲ ਕੇ ਸ਼ਬਦ ਇਹ ਕਾਂਖੀ ਬਣਿਆ ਹੈ। ਕਾਂਖੀ ਤੋਂ ਭਾਵ ਹੁੰਦਾ ਇੱਛਾ ਕਰਨੀ। ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੂੰ ਇੱਕੋ ਤੇ ਇੱਕ, ਕੇਵਲ ਤੇ ਕੇਵਲ ਇੱਕ ਤੁਹਾਡੇ ਦਰਸ਼ਨਾਂ ਦੀ ਇੱਛਾ ਰਹਿੰਦੀ ਹੈ, ਤੁਹਾਡੇ ਦਰਸ਼ਨਾਂ ਨੂੰ ਲੋਚਦੇ ਹਨ, ਦਰਸ਼ਨ ਦੀਜੈ ਖੋਲ ਕੇ ਵਾਰ ਕਿਵਾਰ। ਵਾਹਿਗੁਰੂ ਦਰਸ਼ਨ ਮਾਰੇ ਕਵਾੜ, ਦਰਵਾਜ਼ੇ ਖੋਲ ਕੇ ਸਾਨੂੰ ਦਰਸ਼ਨ ਦਿਓ। ਜਾਂ ਕਹਿੰਦੇ ਆ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵ, ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਦਰਸ਼ਨ ਦਿਓ, ਸਮਾਂ ਹੋ ਗਿਆ ਤੁਹਾਡੇ ਦਰਸ਼ਨਾਂ ਕੀਤਿਆਂ ਨੂੰ। ਜਿਹੜੇ ਇਹੋ ਜਿਹੇ ਗੁਰਮੁਖ ਹਨ, ਭਗਤ ਪ੍ਰੇਮੀ ਹਨ, ਜਿਨ੍ਹਾਂ ਨੂੰ ਇਹ ਪ੍ਰਭੂ ਜੀ ਸਦਾ ਤੁਹਾਡੇ ਦਰਸ਼ਨਾਂ ਦੀ ਖਿੱਚ ਰਹਿੰਦੀ, ਇੱਛਾ ਰਹਿੰਦੀ ਹੈ, ਪਿਆਸ ਰਹਿੰਦੀ ਹੈ। ਨਾਨਕ ਓਨ ਸੰਗ ਮੋਹਿ ਉਧਾਰੋ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੰਜਵਾਂ ਸਰੂਪ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਮਹਾਰਾਜ ਪਰਮੇਸ਼ਰ ਤੁਹਾਡੇ ਨਾਮ ਦੀ, ਤੁਹਾਡੇ ਦਰਸ਼ਨਾਂ ਦੀ ਖਿੱਚ ਰਹਿੰਦੀ ਹੈ ਨਾ, ਇੱਛਾ ਰਹਿੰਦੀ ਹੈ, ਉਨ ਸੰਗ ਮੋਹਿ ਉਧਾਰੋ। ਮਾਰੇ ਸਾਨੂੰ ਉਹਨਾਂ ਦੀ ਸੰਗਤ ਬਖਸ਼ੋ। ਅੰਤਰਜਾਮੀ ਪੁਰਖ ਬੇਦਾਤੇ, ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਘਰ ਸੰਤਨ ਕੀ ਤੂਰੇ। ਇਹ ਪਰਮੇਸ਼ਰ ਮਾਰੇ ਸਾਡੇ ਮਨ ਦੀ ਨਾ ਇੱਕ ਇੱਛਾ ਹੈ, ਉਹ ਪੂਰੀ ਕਰ ਦਿਓ। ਉਹ ਕਿਹੜੀ ਹੈ? ਨਾਨਕ ਓਨ ਸੰਗ ਮੋਹੇ ਉਧਾਰੋ। ਜਿਹੜੇ ਮਹਾਰਾਜ ਤੁਹਾਡੇ ਦਰਸ਼ਨਾਂ ਦੇ ਪਿਆਸੇ ਹੈ, ਤੁਹਾਡਾ ਨਾਮ ਜਪਣ ਵਾਲੇ, ਤੁਹਾਨੂੰ ਯਾਦ ਕਰਦੇ ਹਨ ਗੁਰਮੁਖ, ਸਾਨੂੰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸੰਗਤ ਬਖਸ਼ੋ। ਅਸੀਂ ਮਹਾਰਾਜ ਉਹਨਾਂ ਦੀ ਸੰਗਤ ਵਿੱਚ ਰਹਿ ਸਕੀਏ, ਸਦਾ ਉਹਨਾਂ ਦੀ ਸੰਗਤ ਵਿੱਚ ਬੈਠੀਏ, ਸੰਗਤ ਵਿੱਚ ਉੱਠੀਏ, ਉਹਨਾਂ ਦੇ ਨਾਲ ਰਹਿਣਾ ਕਰੀਏ, ਉਹਨਾਂ ਦੇ ਨਾਲ ਪ੍ਰੇਮ ਹੋਵੇ, ਸਾਧੂਆਂ ਦੀ ਸੰਗਤ ਹੋਵੇ। ਤੋ ਸਾਨੂੰ ਮਹਾਰਾਜ ਉਹਨਾਂ ਦੀ ਸੰਗਤ ਬਖਸ਼ ਕੇ ਫਿਰ ਉਧਾਰੋ, ਸਾਡਾ ਪਾਰ ਉਧਾਰਾ ਕਰ ਦਿਓ। ਉਹਨਾਂ ਦੀ ਸੰਗਤ ਦੇ ਵਿੱਚ ਹੀ ਸਾਡਾ ਪਾਰ ਉਧਾਰਾ ਹੈ। ਇਹ ਪਾਵਨ ਪਵਿੱਤਰ ਸਤਿਗੁਰਾਂ ਨੇ ਇਹ ਉਪਦੇਸ਼ ਸਿੱਖਿਆ, ਬਖਸ਼ਿਸ਼ ਕੀਤੀ ਹੈ। ਅੱਗੇ ਖਾਲਸਾ ਜੀ ਜਿਵੇਂ ਜਿਵੇਂ ਸਮਾਂ ਮਹਾਰਾਜ ਬਖਸ਼ੇਗਾ, ਨਿਤਾ ਪ੍ਰਤੀ ਆਪ ਜੀ ਸੁਖਮਣੀ ਸਾਹਿਬ ਜੀ ਕੀ ਪਾਵਨ ਬਾਣੀ ਦੀ ਅੰਮ੍ਰਿਤ ਰੂਪ ਗਾਥਾ ਸ਼ਰਵਣ ਕਰੋ, ਆਪਣਾ ਜੀਵਨ ਸਫਲਾ ਕਰੋ, ਇਹ ਸਵਾਸਾਂ ਨੂੰ ਸਫਲਿਆਂ ਬਣਾਓ। ਬੁੱਧੀ ਬਹੁਤ ਥੋੜ੍ਹੀ ਹੈ, ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਹੋ ਜਾਂਦੀਆਂ ਹਨ। ਅਣਜਾਣ ਬੱਚੇ ਸਮਝ ਕਰਕੇ ਬਖਸ਼ ਲੈਣਾ। ਆਪ ਗੁਰੂ ਕੀ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਖਸ਼ਣ ਯੋਗ ਹੋ, ਬਖਸ਼ ਲੈਣਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਓਨ ਸੰਗ ਮੋਹਿ ਉਧਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ